ਅਸੀਂ ਦੋ ਜਾਣੇ ਟਰਾਲੀ ਦੇ ਵਿੱਚੋਂ ਵੀ ਡਿੱਗੇ ਹਾਂ ਜੀ। ਵੀ ਇੰਨੀ ਜ਼ੋਰ ਦੀ ਝਟਕਾ ਵੱਜਿਆ ਹੈਗਾ ਕਿ ਅਸੀਂ ਟਰਾਲੀ ਦੇ ਵਿੱਚ ਬੈਠੇ ਬੰਦਿਆਂ ਨੂੰ ਵੀ ਪਤਾ ਨਹੀਂ ਲੱਗਿਆ ਕੀ ਹੋ ਰਿਹਾ। ਇਹਦੇ ਧੰਨਾ ਸਿੰਘ ਦੀ ਤਾਂ ਜਦੋਂ ਟਰੈਕਟਰ ਤੋਂ ਡਿੱਗਦੇ ਸਾਰੀ ਟਰਾਲੇ ਦਾ ਪਹਿਲਾਂ ਅਗਲਾ ਟਾਇਰ ਉੱਪਰ ਦੀ ਟੱਪਿਆ, ਫਿਰ ਵਿਚਾਲੜੇ ਜਿਹੜੇ ਦੋ ਟਾਇਰ ਹੁੰਦੇ ਉਹ ਉੱਪਰ ਦੀ ਟੱਪ ਗਏ। ਇਹਨਾਂ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ ਸੀਗੀ ਜੀ। ਪ੍ਰਸ਼ਾਸਨ ਦੀ ਅਣਗਹਿਲੀ ਸੀ। ਪ੍ਰਸ਼ਾਸਨ ਨੂੰ ਇਹ ਨਹੀਂ ਚਾਹੀਦਾ ਸੀਗਾ ਵੀ ਉਹ ਐਡੇ ਭੈੜੇ ਬੈਰੀਗੇਡ ਲਾਉਣ ਕਿ 5-5 ਕੁਆਂਟਲ ਦੇ ਪੱਥਰ ਰੱਖੇ ਹੋਏ ਸੀ ਉਹਨਾਂ ਨੇ। ਧੰਨਾ ਸਿੰਘ ਦੀ ਡੈੱਡ ਬੋਡੀ ਚੱਕਣ ਵਾਸਤੇ ਤਾਂ ਉਹ ਬੜੀ ਜਲਦੀ ਕਰਦੇ ਸੀ ਪ੍ਰਸ਼ਾਸਨ। ਉਹਨਾਂ ਨੂੰ ਇਹ ਸੀਗਾ ਵੀ ਕਿ ਇਹ ਨਾ ਕਿਤੇ ਕਿਸਾਨ ਰੌਲਾ ਨਾ ਪਾਉਣ, ਅਤੇ ਉਹਨਾਂ ਦੀ ਡੈੱਡ ਬੋਡੀ ਚੱਕਣ ਵਾਸਤੇ ਉਹਨਾਂ ਨੇ ਬਹੁਤ ਜ਼ੋਰ ਲਾਇਆ। ਅਸੀਂ ਫਿਰ ਰੌਲਾ ਪਾ ਕੇ ਉਹ ਡੈੱਡ ਬੋਡੀ ਨਹੀਂ ਚੱਕਣ ਦਿੱਤੀ। ਹਰਿਆਣਾ ਸਰਕਾਰ ਦੀ ਅਣਗਹਿਲੀ ਅਤੇ ਬਾਕੀ ਕੁਦਰਤ ਦੇ ਹੁਣ ਤਾਂ ਕਹਿੰਦੇ ਆ ਵੀ ਵਾਹਿਗੁਰੂ ਦਾ ਭਾਣਾ ਵੀ ਮੰਨਣਾ ਪੈਂਦਾ, ਪਰ ਜਿਹੜੇ ਹੁਣ ਆਪਦੇ ਕਿਸਾਨੀ ਹੱਕ ਆ ਉਹ ਤਾਂ ਨਹੀਂ ਛੱਡਣੇ ਚਾਹੀਦੇ। ਇਹ ਗੱਲ ਆ ਨਾ, ਆਪਦੇ ਹੱਕਾਂ ਵਾਸਤੇ ਤਾਂ ਅਸੀਂ ਵੀ ਜਿਵੇਂ ਹੁਣ ਸਾਡਾ ਧੰਨਾ ਸਿੰਘ ਸ਼ਹੀਦ ਹੋ ਗਿਆ, ਅੱਗੇ ਵੀ ਹੁਣ ਸਰਕਾਰਾਂ ਧੱਕਾ ਕਰਦੀਆਂ ਆਉਂਦੀਆਂ ਨੇ, ਪਰ ਜੇ ਮੰਨ ਲਓ ਵੀ ਇੱਕ ਸ਼ਹੀਦ ਹੋ ਗਿਆ ਤਾਂ ਮੈਂ ਨਹੀਂ ਮੰਨਦਾ ਵੀ ਉਹ ਚੀਜ਼ ਨੂੰ ਛੱਡ ਦੇਣਾ ਚਾਹੀਦਾ। ਇਸ ਮੁਲਕ ਦੇ ਵਿੱਚ ਜੇ ਕੋਈ ਹੋਵੇ ਤਾਂ ਉਹ ਪੂੰਜੀਪਤੀ ਹੋਵੇ। ਤੁਸੀਂ ਇੱਥੇ ਬੈਂਕਾਂ ਦੇ ਨਾਲ ਰੱਜ ਕੇ ਬੇਈਮਾਨੀਆਂ ਕਰ ਸਕਦੇ ਹੋ ਅਤੇ ਫਿਰ ਜਾ ਕੇ ਵਿਦੇਸ਼ ਦੇ ਵਿੱਚ ਬਹਿ ਸਕਦੇ ਹੋ, ਪਰ ਕਿਸਾਨ ਹੋਣ ਦੇ ਇਸ ਦੇਸ਼ ਦੇ ਵਿੱਚ ਮਾਇਨੇ ਕੀ ਆ? ਕਿਸਾਨ ਹੋਣ ਦੇ ਮਾਇਨੇ ਬਹੁਤ ਔਖੇ ਆ। ਬਹੁਤ ਲੋਕਾਂ ਦੇ ਸਮਝ ਵੀ ਨਹੀਂ ਆਉਣੇ, ਪੱਲੇ ਗੱਲਾਂ ਨਹੀਂ ਪੈਣੀਆਂ। ਉਹ ਜਦੋਂ ਖੇਤਾਂ 'ਚ ਹੁੰਦਾ ਹੈ ਤਾਂ ਉਹਨੂੰ ਕਦੇ ਨਕਲੀ ਸਪਰੇਹਾਂ ਮਿਲਦੀਆਂ, ਮੰਡੀਆਂ ਦੇ ਵਿੱਚ ਵੀ ਲੁੱਟ ਹੁੰਦੀ ਆ, ਅਤੇ ਫਿਰ ਜਿਹੜੀ ਮੰਡੀ ਭਾਵੇਂ ਉਹਨੂੰ ਲੁੱਟ ਰਹੀ ਆ ਕਿਸੇ ਹੱਦ ਤੱਕ, ਫਿਰ ਵੀ ਉਹਦੇ ਸਰਵਾਈਵਲ ਦਾ ਰਾਹ ਬਣ ਰਹੀ ਆ, ਉਹਨੂੰ ਵੀ ਖੋਲ੍ਹਿਆ ਜਾਂਦਾ। ਮਤਲਬ ਇਸ ਉਦਾਹਰਨਾਂ ਨੂੰ ਜਿਹੜੇ ਲੋਕ ਕਹਿੰਦੇ ਆ ਕਿ ਜੇ ਮੰਡੀਆਂ 'ਚ ਕਿਸਾਨ ਇੰਨਾ ਹੀ ਔਖਾ ਤਾਂ ਮੰਡੀਆਂ ਲਈ ਲੜ ਕਿਉਂ ਰਹੇ ਆ, ਤਾਂ ਇਹਨੂੰ ਐਂ ਸਮਝਿਆ ਜਾ ਸਕਦਾ ਕਿ ਜਿਹੜਾ ਘਰ ਹੈਗਾ ਭਾਵੇਂ ਉਹ 'ਚ ਸਮੱਸਿਆਵਾਂ ਹੈਗੀਆਂ, ਪਰ ਜੇ ਉਹ ਵੀ ਖੋਲ੍ਹਿਆ ਜਾਵੇ ਤਾਂ ਕਿਸਾਨ ਕੋਲੇ ਬਚਦਾ ਕੀ ਹੈ। ਅਤੇ ਇਸੇ ਘਰ ਨੂੰ ਬਚਾਉਣ ਦੇ ਲਈ ਕਿਸਾਨ ਦਿੱਲੀ ਦੇ ਵੱਲ ਜਾ ਰਹੇ ਸੀ। ਰਸਤੇ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ, ਐਕਸੀਡੈਂਟ ਹੁੰਦਾ, ਕਿਸਾਨ ਦੀ ਮੌਤ ਹੁੰਦੀ ਹੈ। ਅੱਜ ਅਸੀਂ ਉਸ ਘਰੇ ਆਏ ਹਾਂ, ਕਿਸਾਨ ਬਾਰੇ ਗੱਲਬਾਤ ਕਰਾਂਗੇ। ਕੌਣ ਸੀ, ਕੀ ਸੋਚਦਾ ਸੀ ਜ਼ਿੰਦਗੀ ਬਾਰੇ? ਜ਼ਿੰਦਗੀ ਜੋ ਸਾਡੇ ਸਾਹਮਣੇ ਸਭ ਤੋਂ ਵੱਡਾ ਸਵਾਲ ਹੈ, ਉਹ ਜਦੋਂ ਕਿਸੇ ਦੀ ਖਤਮ ਹੁੰਦੀ ਹੈ ਤਾਂ ਕਿੰਨੇ ਲੋਕ ਉਹ ਤੋਂ ਪ੍ਰਭਾਵਿਤ ਹੁੰਦੇ ਆ ਅਤੇ ਕੀ ਕੁਛ ਹੁੰਦਾ। ਸੋ ਇਹਨਾਂ ਬਾਈ ਬਾਰੇ ਹੁਣ ਮੈਂ ਹੀ ਕੁਝ ਨਹੀਂ ਤੁਹਾਨੂੰ ਦੱਸੂੰਗਾ, ਜਿਹੜੇ ਉਹਨਾਂ ਦੇ ਨਾਲ ਸੀ। ਇਹ ਸਾਰੀ ਵਿਥਿਆ ਜਿਹੜੀ ਇਹ ਸਾਰੀ ਗੱਲਬਾਤ ਹੈ ਇਹ ਤੁਹਾਡੇ ਸਾਹਮਣੇ ਰੱਖਣਗੇ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਬਾਈ ਤੁਹਾਡਾ? ਮੇਰਾ ਨਾਮ ਬਲਕਾਰ ਸਿੰਘ ਹੈ ਜੀ। ਅਤੇ ਬਾਈ ਦਾ ਨਾਮ ਕੀ ਸੀ? ਧੰਨਾ ਸਿੰਘ ਜੀ। ਬਾਈ ਦਾ ਨਾਮ ਧੰਨਾ ਸਿੰਘ ਸੀ। ਪਿੰਡ ਕਿਹੜਾ ਇਹ? ਇਹ ਪਿੰਡ ਖਿਆਲੀ ਚਹਿਲਾਂ ਵਾਲੀ ਹੈ ਜੀ, ਤਹਿਸੀਲ ਸਰਦੂਲਗੜ੍ਹ ਅਤੇ ਜ਼ਿਲ੍ਹਾ ਮਾਨਸਾ ਜੀ। ਜ਼ਿਲ੍ਹਾ ਮਾਨਸਾ। ਅਤੇ ਤੁਸੀਂ ਜਦੋਂ ਐਕਸੀਡੈਂਟ ਹੋਇਆ ਉੱਥੇ ਟਰੈਕਟਰ ਦਾ, ਤੁਸੀਂ ਨਾਲ ਸੀਗੇ ਉੱਥੇ? ਹਾਂਜੀ, ਮੈਂ ਨਾਲ ਸੀਗਾ। ਮੈਂ ਟਰਾਲੀ ਦੇ ਵਿੱਚ ਬੈਠਾ ਸੀਗਾ ਜੀ। ਟਰੈਕਟਰ ਦੇ ਮਗਰ ਦੋ ਟਰਾਲੀਆਂ ਜੋੜੀਆਂ ਹੋਈਆਂ ਸੀਗੀਆਂ। ਧੰਨਾ ਸਿੰਘ ਟਰੈਕਟਰ ਦੇ ਸਾਈਡ 'ਤੇ ਬੈਠਾ ਸੀਗਾ ਡਰਾਈਵਰ ਦੇ ਨਾਲ ਜੀ, ਅਤੇ ਪਿੱਛੋਂ ਜਦੋਂ ਟਰੱਕ ਆ ਕੇ ਵੱਜਿਆ ਹੈਗਾ, ਜਿਹਨੂੰ ਆਪਾਂ ਘੋੜਾ ਕਹਿ ਦਿੰਦੇ ਹਾਂ ਜੀ, ਅਤੇ ਅੱਗੇ ਬੈਰੀਗੇਡ ਲੱਗੇ ਹੋਏ ਸੀ। ਉਹ ਇੱਕ ਤਰ੍ਹਾਂ ਪ੍ਰਸ਼ਾਸਨ ਦੀ ਅਣਗਹਿਲੀ ਸੀ। ਪ੍ਰਸ਼ਾਸਨ ਨੂੰ ਇਹ ਨਹੀਂ ਚਾਹੀਦਾ ਸੀਗਾ ਵੀ ਉਹ ਐਡੇ ਭੈੜੇ ਬੈਰੀਗੇਡ ਲਾਉਣ ਕਿ 5-5 ਕੁਆਂਟਲ ਦੇ ਪੱਥਰ ਰੱਖੇ ਹੋਏ ਸੀ ਉਹਨਾਂ ਨੇ। ਜਦ ਅਸੀਂ ਇੱਕ ਟਰੈਕਟਰ ਦਾ ਰਸਤਾ ਸੀਗਾ ਜੀ, ਟਰੈਕਟਰ ਆਪਣੇ ਰਸਤੇ 'ਤੇ ਸਹੀ ਜਾ ਤੁਸੀਂ ਮਤਲਬ ਇੱਥੋਂ ਪਿੰਡੋਂ ਗਏ, ਇਕੱਠੀ ਗਏ ਸਾਰੇ? ਨਹੀਂ, ਅਸੀਂ ਪਿੰਡੋਂ ਇਕੱਠੇ ਨਹੀਂ ਗਏ ਸੀ ਜੀ। ਧੰਨਾ ਸਿੰਘ ਸਾਡੇ ਨਾਲ ਰਤੀਏ ਤੋਂ ਅੱਗੇ ਇੱਕ ਅਰਮਾ ਪਿੰਡ ਆਉਂਦਾ ਜੀ, ਮੋਟਰਸਾਈਕਲ 'ਤੇ ਜਾ ਕੇ ਉੱਥੇ ਜਾ ਕੇ ਰਲੇ ਨੇ। ਵੀ ਹੁਣ ਸਾਨੂੰ ਦੱਸਿਆ ਗਾ ਵੀ ਪਹਿਲਾਂ ਉਹ ਆਪਦੀ ਸੁਸਾਇਟੀ 'ਚ ਰੇਰੂ ਕਟਾ ਕੇ ਲੈ ਕੇ ਆਏ ਨੇ ਜੀ। ਤੁਸੀਂ ਕਿਹੜੇ ਬਾਰਡਰ ਵੀ ਤੋਂ ਲੰਘੇ ਸੀਗੇ ਹਰਿਆਣੇ ਦੇ ਵਿੱਚ? ਐਂਟਰ ਕਿੱਥੋਂ ਦੀ ਕੀਤਾ? ਸਰਦੂਲਗੜ੍ਹ ਜਿਹੜਾ ਉਹ ਹਾਂਸਪੁਰ ਦੀ ਕੀਤਾ ਕਿ ਨਹੀਂ ਜੀ, ਇੱਧਰ ਬਾਹਮਣਾ ਵਾਲੇ ਰਤੀਆ ਸਾਈਡ ਦੀ ਜੀ। ਤੁਸੀਂ ਇੱਧਰ ਦੀ ਕੀਤਾ। ਅਤੇ ਬਾਈ ਉਦੋਂ ਰੇਰੂ ਕਟਾਈ ਜਾਂਦਾ ਸੀ, ਬਾਅਦ 'ਚ ਜਾ ਕੇ ਤੁਹਾਡੇ ਨਾਲ? ਹਾਂਜੀ, ਪਹਿਲਾਂ ਰੇਰੂ ਕਟਾ ਕੇ ਸੁਸਾਇਟੀ 'ਚ ਜੀ, ਅਤੇ ਬਾਕੀ ਘਰ ਦਾ ਸਮਾਨ ਸਮੂਨ ਸਾਰਾ ਲੈ ਕੇ ਆਇਆ ਜੀ। ਉਹ ਤੋਂ ਬਾਅਦ ਸਾਡੇ ਨਾਲ ਰਤੀਏ ਤੋਂ ਅੱਗੇ ਅਰਮਾ ਜਾ ਕੇ ਰਲਿਆ ਜੀ। ਅਤੇ ਉੱਥੇ ਫਿਰ ਬਾਈ ਜਦੋਂ ਤੁਹਾਡੇ ਨਾਲ ਰਲ ਗਏ, ਉੱਥੇ ਮੋਟਰਸਾਈਕਲ ਵਗੈਰਾ ਜਿਹਤੇ ਵੀ ਗਏ ਹੋਣੇ ਆ, ਫਿਰ ਉਹ ਉਹਨਾਂ ਨੇ ਖੜਾਤਾ ਤੁਹਾਡੇ ਨਾਲ। ਕਿੰਨੀ ਕੁ ਵਾਟ ਇਕੱਠੇ ਗਏ ਹੋ ਫਿਰ ਤੁਸੀਂ? ਅਸੀਂ ਜੀ ਅਰਮਾ ਤੋਂ ਲੈ ਕੇ ਮਢਾਲ ਪਿੰਡ ਹੈ ਜੀ, ਭਵਾਨੀ ਜ਼ਿਲ੍ਹੇ ਦੇ ਵਿੱਚ ਮਢਾਲ ਪਿੰਡ ਜਾ ਕੇ ਸਾਡਾ ਉੱਥੇ ਐਕਸੀਡੈਂਟ ਹੁੰਦਾ ਹੈ। ਉੱਥੋਂ ਤੱਕ ਅਸੀਂ ਇਕੱਠੇ ਸੀਗੇ ਜੀ।
ਉੱਥੋਂ ਤੱਕ ਇਕੱਠੇ ਸੀਗਾ। ਉੱਥੇ ਤੁਸੀਂ ਟਰੈਕਟਰ ਦੇ ਮੈਂ ਸੁਣਿਆ 2 ਟਰਾਲੀਆਂ ਸੀ ਨਾਲ ਅਟੈਚ, ਹਾਂਜੀ 2 ਟਰਾਲੀਆਂ ਸੀ ਜੀ। ਤੇ ਤੁਸੀਂ ਟਰਾਲੀ 'ਚ ਸੀ? ਅਸੀਂ ਟਰਾਲੀ ਸੀ, ਜਿਹੜੀ ਇੱਕ ਵਿਚਾਲੇ ਟਰਾਲੀ ਪਾਈ ਹੋਈ ਸੀ ਜੀ। ਅਸੀਂ 11 ਜਣੇ ਟਰਾਲੀ ਸੀ। ਇੱਕ ਜਿਹੜਾ ਮੇਰਾ ਵੀਰ ਜ਼ਖਮੀ ਹੈ ਬਲਜਿੰਦਰ ਸਿੰਘ, ਉਹ ਮੇਰੇ ਪਿੰਡ ਦਾ ਦੋਤਾ ਹੈ, ਵੀ ਸਾਡੇ ਪਿੰਡ ਹੀ ਰਹਿੰਦੇ ਆ, ਉਹਨਾਂ ਦੀ ਵੋਟ ਸਾਡੇ ਪਿੰਡ ਹੀ ਬਣੀ ਹੋਈ ਹੈ, ਜਿਹੜੇ ਕਿ ਪੀਜੀਆਈ 'ਚ ਉਹਨਾਂ ਦਾ ਇਲਾਜ ਚੱਲ ਰਿਹਾ। ਉਹ ਵੀ ਮੇਰੇ ਨਾਲ ਹੀ ਸੀ। ਅਸੀਂ 2 ਜਣੇ ਟਰਾਲੀ ਦੇ ਵਿੱਚੋਂ ਵੀ ਡਿੱਗੇ ਹਾਂ ਜੀ। ਇਹ ਟਰੈਕਟਰ ਵਾਲੇ ਤਾਂ ਡਿੱਗਣਾ ਹੀ ਡਿੱਗਣਾ ਸੀ, ਵੀ ਇੰਨੀ ਜ਼ੋਰ ਦੀ ਝਟਕਾ ਵੱਜਿਆ ਹੈਗਾ ਕਿ ਅਸੀਂ ਟਰਾਲੀ ਦੇ ਵਿੱਚ ਬੈਠੇ ਬੰਦਿਆਂ ਨੂੰ ਵੀ ਪਤਾ ਨਹੀਂ ਲੱਗਿਆ ਕੀ ਹੋ ਰਿਹਾ। ਅਸੀਂ 2 ਜਣੇ ਡਿੱਗੇ, ਮੈਂ ਡਿਵਾਈਡਰ ਵਾਲੀ ਸਾਈਡ ਡਿੱਗਿਆ ਤੇ ਬਲਜਿੰਦਰ ਸਿੰਘ ਦੂਜੀ ਸਾਈਡ ਡਿੱਗਿਆ, ਜਿਹਦੇ ਕਿ ਹੱਥ ਤੇ ਕਾਫੀ ਚੋਟ ਹੈ, ਇੱਕ ਪੈਰ ਤੇ ਚੋਟ ਹੈ ਜੀ। ਤੇ ਉਹ ਤੋਂ ਬਾਅਦ ਇਹਦੇ ਧੰਨਾ ਸਿੰਘ ਦੀ ਤਾਂ ਜਦੋਂ ਟਰੈਕਟਰ ਤੋਂ ਡਿੱਗਦੇ ਸਾਰੀ ਟਰਾਲੇ ਦਾ ਪਹਿਲਾਂ ਅਗਲਾ ਟਾਇਰ ਉੱਪਰ ਦੀ ਟੱਪਿਆ, ਫਿਰ ਵਿਚਾਲੜੇ ਜਿਹੜੇ 2 ਟਾਇਰ ਹੁੰਦੇ ਉਹ ਉੱਪਰ ਦੀ ਟੱਪ ਕੇ ਇਹਨਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀਗੀ ਜੀ। ਤੇ ਬਲਜਿੰਦਰ ਸਿੰਘ ਨੂੰ ਉੱਥੋਂ ਦੇ ਅਸੀਂ ਪ੍ਰਸ਼ਾਸਨ ਨੂੰ ਰੌਲਾ ਪਾ ਕੇ, ਜਿਹੜੇ ਉੱਥੇ ਮੁਲਾਜ਼ਮ ਸੀ, ਉੱਥੇ ਘੱਟੋ ਘੱਟ 2000 ਮੁਲਾਜ਼ਮ ਸੀ ਜੀ। ਪਹਿਲਾਂ ਤਾਂ ਉਹ ਐਕਸੀਡੈਂਟ ਹੋਣ ਦੇ ਨਾਤੇ ਉੱਥੇ ਇੱਕ ਪ੍ਰਾਈਵੇਟ SGM ਸਕੂਲ ਬਣਿਆ ਹੋਇਆ, ਉਹਦੇ ਵਿੱਚ ਵੜ ਗਏ। ਅਸੀਂ ਰੌਲਾ ਰੂਲਾ ਪਾ ਕੇ ਅਸੀਂ ਪ੍ਰਸ਼ਾਸਨ ਨੂੰ ਬੁਲਾ ਕੇ ਲੈ ਕੇ ਆਂਦਾ। ਨਹੀਂ, ਜਦੋਂ ਐਕਸੀਡੈਂਟ ਹੋ ਜਾਂਦਾ ਉਦੋਂ ਵੀ ਪ੍ਰਸ਼ਾਸਨ ਨੇ ਕੋਈ ਤੁਹਾਡਾ ਮਤਲਬ, ਪ੍ਰਸ਼ਾਸਨ ਕੀ ਕਹੂੰ ਮੈਂ, ਹਰਿਆਣਾ ਸਰਕਾਰ ਕਹੂੰਗਾ, ਉਦੋਂ ਵੀ ਕੋਈ ਉਹਨਾਂ ਨੇ ਤੇਜ਼ੀ ਨਹੀਂ ਦਿਖਾਈ ਇਹਨਾਂ ਨੂੰ? ਤੇਜ਼ੀ ਕੀ ਦਿਖਾਉਣੀ ਸੀ ਜੀ, ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਐਕਸੀਡੈਂਟ ਹੋ ਜਾਂਦਾ ਹੈ, ਪਹਿਲਾਂ ਉਹ ਬੈਰੀਗੇਟਾਂ ਦੇ ਕੋਲ ਪੁਲਿਸ ਖੜੀ ਹੁੰਦੀ ਆ, ਠੀਕ ਆ। ਜਦ ਇਹ ਸਾਰਾ ਹਾਦਸਾ ਵਾਪਰ ਗਿਆ ਤਾਂ ਉਹ ਪੁਲਿਸ ਹੈ ਜਿਹੜੀ ਉਹ ਜਾ ਕੇ ਸਕੂਲ ਦੇ ਵਿੱਚ ਐਂਟਰ ਹੋ ਜਾਂਦੀ ਆ। ਤੇ ਸਾਡੇ ਰੌਲਾ ਪਾਉਣ ਤੋਂ ਬਾਅਦ ਜਦੋਂ ਅਸੀਂ ਉੱਥੇ ਬੰਦੇ ਇਕੱਠੇ ਹੁੰਦੇ ਆ, ਸਾਰੀਆਂ ਟਰਾਲੀਆਂ ਪਿਛਲੀਆਂ ਇਕੱਠੀਆਂ ਹੁੰਦੀਆਂ, ਅਸੀਂ ਰੌਲਾ ਪਾ ਕੇ ਉਹਨਾਂ ਨੂੰ ਬਾਹਰ ਲੈ ਕੇ ਆਉਂਦੇ ਆ। ਫਿਰ ਅਸੀਂ ਉਹਨਾਂ ਨੂੰ ਇੰਨੀ ਕੁ ਮਦਦ ਦੀ ਗੁਹਾਰ ਲਾਉਂਦੇ ਆ ਕਿ ਕਿਰਪਾ ਕਰਕੇ ਸਾਡਾ ਜਿਹੜਾ ਪੇਸ਼ੈਂਟ ਹੈ ਵੀ ਉਹਨੂੰ ਹਸਪਤਾਲ ਤੱਕ ਪਹੁੰਚਾ ਦਿਓ। ਤੇ ਫਿਰ ਉਹ ਪੁਲਿਸ ਵਾਲੇ ਆਉਂਦੇ, ਆਪਦੀ ਜਿਪਸੀ ਲੈ ਕੇ ਆਏ ਆ ਜੀ, ਠੀਕ ਹੈ। ਫਿਰ ਉਹ ਕਹਿੰਦੇ ਵੀ ਨਾਲ ਅਸੀਂ ਇੱਕ ਬੰਦੇ ਨੂੰ ਹੀ ਲਿਜਾ ਸਕਦੇ ਹਾਂ ਹਸਪਤਾਲ ਤੱਕ ਪੇਸ਼ੈਂਟ ਦੇ ਨਾਲ। ਫਿਰ ਇੱਕ ਮੇਰੇ ਪਿੰਡ ਦਾ ਹਰਪਾਲ ਸਿੰਘ ਮੁੰਡਾ ਜੀ, ਤੇ ਸਾਡੇ ਪਰ ਆ ਤਾਂ ਹੱਦ ਆ ਨਾ, ਵੀ ਜੇ ਤੁਹਾਨੂੰ ਮਰੀਜ਼ ਨੂੰ ਲਿਜਾਣ ਖਾਤਰ ਵੀ ਉਹਨਾਂ ਨੂੰ ਇਹ ਇੰਨਾ ਕਹਿਣਾ ਪੈਂਦਾ, ਇੰਨਾ ਪ੍ਰੈਸ਼ਰ ਬਣਾਉਣਾ ਪੈਂਦਾ, ਇਹ ਤਾਂ ਬੁਨਿਆਦੀ ਜੀ ਜ਼ਿੰਮੇਵਾਰੀ ਹੈ ਉਹਨਾਂ ਦੀ। ਜੇ ਕੋਈ ਐਕਸੀਡੈਂਟ ਹੁੰਦਾ ਤਾਂ ਉਹ ਤਾਂ ਵੈਸੇ ਵੀ ਉਹਨਾਂ ਨੇ ਲਿਜਾਣ। ਇਹੀ ਤਾਂ ਸ਼ਰਮ ਦੀ ਗੱਲ ਹੈ ਹਰਿਆਣਾ ਸਰਕਾਰ ਵਾਸਤੇ ਜੀ। ਹਰਿਆਣਾ ਪੁਲਿਸ, ਹਰਿਆਣਾ ਸਰਕਾਰ ਦੀ ਇਹ ਬਹੁਤ ਵੱਡੀ ਮੈਂ ਤਾਂ ਅਣਗਹਿਲੀ ਸਮਝੂੰਗਾ। ਫਿਰ ਅਸੀਂ ਉਹਨਾਂ ਦੇ ਅੱਗੇ ਫਿਰ ਹੱਥ ਜੋੜਦੇ ਹਾਂ, ਠੀਕ ਹੈ। ਵੀ ਮੇਰੇ ਵੀ ਮੰਨ ਲਓ ਵੀ ਗੁੰਮ ਸੱਟਾਂ ਸੀਗੀਆਂ, ਬਾਂਹ 'ਤੇ ਸੱਟ ਆਈ, ਮੇਰੇ ਇੱਧਰ ਬੈਕ 'ਤੇ ਵੀ ਸੱਟਾਂ ਨੇ। ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਚਲੋ ਕੋਈ ਗੱਲ ਨਹੀਂ, ਮੇਰੇ ਤਾਂ ਥੋੜ੍ਹੀਆਂ ਸੱਟਾਂ ਨੇ, ਪਹਿਲਾਂ ਜਿਹੜਾ ਸਾਡਾ ਜ਼ਿਆਦਾ ਮਰੀਜ਼ ਹੈ ਜਿਹਦੇ ਸੱਟਾਂ ਨੇ, ਜਾਂ ਫਿਰ ਉਹਨਾਂ ਨੂੰ ਇੱਕ ਗੱਲ ਹੋਰ ਹੈ ਜੀ, ਧੰਨਾ ਸਿੰਘ ਦੀ ਡੈੱਡ ਬੋਡੀ ਚੱਕਣ ਵਾਸਤੇ ਤਾਂ ਉਹ ਬੜੀ ਜਲਦੀ ਕਰਦੇ ਅਸੀਂ ਪ੍ਰਸ਼ਾਸਨ। ਉਹਨਾਂ ਨੂੰ ਇਹ ਸੀਗਾ ਵੀ ਕਿ ਇਹ ਨਾ ਕਿਤੇ ਕਿਸਾਨ ਰੌਲਾ ਨਾ ਪਾਉਣ, ਤੇ ਉਹਨਾਂ ਦੀ ਡੈੱਡ ਬੋਡੀ ਚੱਕਣ ਵਾਸਤੇ ਉਹਨਾਂ ਨੇ ਬਹੁਤ ਜ਼ੋਰ ਲਾਇਆ। ਅਸੀਂ ਫਿਰ ਰੌਲਾ ਪਾ ਕੇ ਉਹ ਡੈੱਡ ਬੋਡੀ ਨਹੀਂ ਚੱਕਣ ਦਿੱਤੀ ਜੀ। ਅਸੀਂ ਫਿਰ ਸਾਡੇ ਮੰਨ ਲਓ ਸੀਨੀਅਰ ਯੂਨੀਅਨਾਂ ਦੇ ਸੀਨੀਅਰ ਆਏ, ਤੇ ਆਪਣੇ ਸੂਬਾ ਮੀਤ ਪ੍ਰਧਾਨ ਸਾਹਿਬ ਤੇ ਸੂਬੇ ਦੇ ਪ੍ਰਧਾਨ ਤੇ ਸਾਰੇ ਬਾਕੀ ਹੋਰ ਯੂਨੀਅਨਾਂ ਦੇ ਵੀ ਜਿਹੜੇ ਸੀਗੇ ਉਹ ਵੀ ਪਹੁੰਚੇ। ਅਸੀਂ ਕਿਹਾ ਵੀ ਜਿੰਨਾ ਟਾਈਮ ਸਾਡੇ ਸੀਨੀਅਰ ਨਹੀਂ ਆਉਂਦੇ ਉਹ ਗੱਲ ਕਰਨਗੇ। ਚਲੋ ਇਹ ਬਾਡੀ ਵਾਲੀ ਗੱਲ ਆ, ਬਾਡੀ ਤਾਂ ਨਹੀਂ ਚੱਕਣ ਦੇ ਰਹੇ ਸੀ, ਪਰ ਜਿਹੜਾ ਬਾਈ ਤੁਸੀਂ ਕਹਿੰਦੇ ਹੋ PGI ਹੈ, ਹੁਣ PGI 'ਚ ਹੈ ਨਾ ਬਾਈ, ਹਨਾ, ਉਹਦੀ ਮਤਲਬ ਉਹਨੂੰ ਵੀ ਇਲਜ਼ਾਮ ਦੇ ਵਿੱਚ ਦੇਰੀ ਹੋ ਰਹੀ ਸੀ, ਤੇ ਉਹ ਨਾਲ ਕਹਿ ਰਹੇ ਸੀ ਵੀ ਇੱਕ ਬੰਦੇ ਨੂੰ ਇਲਜ਼ਾਵਾਂਗੇ ਉਹਦੇ। ਹਾਂਜੀ, ਨਾਲ ਇੱਕ ਹੀ ਬੰਦੇ ਨੂੰ ਲੈ ਕੇ ਗਏ ਨੇ। ਟਰਾਲੀ 'ਚ ਤਾਂ ਫਿਰ ਸਾਰਿਆਂ ਦੀ ਸੱਟਾਂ ਵੱਜੀਆਂ ਸੀਗੀਆਂ। ਟਰਾਲੀ ਦੇ ਵਿੱਚ ਅਸਲ 'ਚ ਸੱਟਾਂ ਤਾਂ ਜਿਹੜੀ ਜਮਾ ਪਿੱਛੇ ਟਰਾਲੀ ਸੀ ਉਹਨਾਂ ਮੁੰਡਿਆਂ ਨੇ ਵੀ ਥੋੜ੍ਹੀਆਂ ਸੀਗੀਆਂ, ਤੇ ਪਰ ਜਿਵੇਂ ਹੁਣ ਮੈਨੂੰ ਉਹ ਕਹਿ ਰਹੇ ਸੀ ਵੀ ਇਹ ਮੁੰਡੇ ਨੂੰ ਤਾਂ ਨਾਲ ਲੈ ਜਾਓ, ਉਹ ਕਹਿੰਦੇ ਫਿਰ ਇੱਕ ਜਣਾ ਵਗ ਜਾਓ, ਜਿਹੜਾ ਮਰਜ਼ੀ ਵਗ ਜਾਓ। ਤੁਸੀਂ ਵੀ ਟਰਾਲੀ 'ਚੋਂ ਬਾਹਰ ਡਿਵਾਈਡਰ ਕਿੰਨੇ ਡਿੱਗੇ? ਮੈਂ ਡਿਵਾਈਡਰ ਵਾਲੀ ਸਾਈਡ ਡਿੱਗਿਆ ਸੀਗਾ ਜੀ। ਤੇ ਫਿਰ ਅਸੀਂ ਚਲੋ ਮੁੰਡੇ ਨੂੰ ਅਸੀਂ ਕਿਹਾ ਵੀ ਇੱਕ ਤੰਦਰੁਸਤ ਬੰਦਾ ਤਾਂ ਹੋਵੇ ਨਾਲ ਇਹਦੇ। ਫਿਰ ਅਸੀਂ ਉਹਨੂੰ ਹਰਪਾਲ ਸਿੰਘ ਨੂੰ ਭੇਜਿਆ ਸੀਗਾ ਜੀ ਉਹਦੇ ਨਾਲ। ਉਸ ਤੋਂ ਬਾਅਦ ਪ੍ਰਸ਼ਾਸਨ ਦੀ ਇੱਕ ਅਣਗਹਿਲੀ ਹੋਰ ਦੇਖੋ, ਪ੍ਰਸ਼ਾਸਨ ਨੇ ਉੱਥੇ ਜਦੋਂ ਸਾਰਾ ਧਰਨਾ ਲੱਗ ਗਿਆ, ਸਾਡੇ ਸੀਨੀਅਰਾਂ ਨੂੰ ਇਹ ਕਿਹਾ ਕਿ ਅਸੀਂ ਜਿਹੜਾ ਬਲਜਿੰਦਰ ਸਿੰਘ ਦਾ ਇਲਾਜ ਹੈ ਅਸੀਂ ਸਾਰਾ ਫ੍ਰੀ ਕਰਾਵਾਂਗੇ। ਇੱਕ ਭਵਾਨੀ ਦੇ ਵਿੱਚ ਕਦਮ ਹਸਪੀਟਲ ਹੈ ਹੱਡੀਆਂ ਦਾ ਜੀ, ਉੱਥੇ ਅਸੀਂ ਐਡਮਿਟ ਕਰ ਲਿਆ। ਐਡਮਿਟ ਕੀਤਾ, ਜਦੋਂ ਡੀਸੀ ਨੇ SCMO ਨੂੰ ਫੋਨ ਕੀਤਾ ਕਿ ਤੁਸੀਂ ਜਿਹੜਾ ਇਹ ਇਲਾਜ ਹੈ ਫ੍ਰੀ ਕਰਨਾ। ਪਹਿਲਾਂ ਤਾਂ ਉਹ ਕਹਿ ਰਹੇ ਸੀ ਕਿ 1.5 ਲੱਖ ਦਾ ਇਲਾਜ ਹੈ, ਅਸੀਂ ਇੱਥੇ ਸਾਰਾ ਪ੍ਰੋਪਰ ਇਲਾਜ ਹੈਗਾ, ਅਸੀਂ ਇੱਥੋਂ ਤੱਕ ਪਲਾਸਟਿਕ ਸਰਜਰੀ ਵੀ ਕਰ ਸਕਦੇ ਹਾਂ, ਵੀ ਸਾਰਾ ਸਾਡੇ ਕੋਲ ਇਲਾਜ ਹੈਗਾ। ਜਦੋਂ ਉਹਨਾਂ ਨੂੰ ਇਹ ਫ੍ਰੀ ਦੀ ਕਾਲ ਕੀਤੀ ਆ, ਫ੍ਰੀ ਦੀ ਕਾਲ ਹੋਣ ਤੋਂ ਬਾਅਦ ਉਹ ਕਹਿੰਦੇ ਆ ਕਿ ਸਾਡੇ ਕੋਲੇ ਤਾਂ ਇੰਨਾ ਪ੍ਰਬੰਧ ਹੀ ਨਹੀਂ, ਤਾਂ ਛੋਟਾ ਸ਼ਹਿਰ ਹੈ। ਉਹਨਾਂ ਨੇ ਮੰਨ ਲਓ ਵੀ ਸਾਨੂੰ ਰੈਫਰ ਹੋਣ ਲਈ ਮਜਬੂਰ ਕਰਤਾ। ਫਿਰ ਅਸੀਂ PGI ਚੰਡੀਗੜ੍ਹ ਨੂੰ ਮੰਨ ਲਓ ਉਹਨਾਂ ਨੂੰ ਰੈਫਰ ਕਰਤਾ, ਫਿਰ ਅਸੀਂ ਉਹਨੂੰ PGI ਲੈ ਕੇ ਗਏ ਹਾਂ ਜੀ। ਹੁਣ ਸਟੇਬਲ ਆ ਬਾਈ? ਹਾਂ ਜੀ, ਹੁਣ ਮੰਨ ਲਓ ਵੀ ਸਾਰਾ 1 ਘੰਟਾ ਪਹਿਲਾਂ ਸਾਡੀ ਗੱਲ ਹੋਈ ਆ ਫੋਨ ਤੇ ਹੁਣ ਕਹਿੰਦੇ ਆ ਉਹ ਵੀ ਜਿਹੜੇ ਆ ਪਲਾਸਟਿਕ ਸਰਜਰੀ ਵਗੈਰਾ ਹੋਣੀ ਆ, ਤੇ ਉਹ ਸ਼ੁਰੂ ਹੋਣੀ ਹੈ ਥੋੜ੍ਹੇ ਟਾਈਮ ਤੱਕ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਬਾਈ ਜੀ। ਕੀ ਨਾਮ ਬਾਈ ਤੁਹਾਡਾ? ਸੁਖਵੀਰ ਸਿੰਘ ਜੀ। ਤੁਸੀਂ ਬਾਈ ਨਾਲ ਕੀ ਰਿਸ਼ਤਾ ਸੀਗਾ ਬਾਈ ਧੰਨੇ ਨਾਲ? ਆਪਣੇ ਤਾਈ ਦਾ ਲੜਕਾ ਸੀਗਾ ਜੀ।
ਅੱਛਾ ਭਰਾ ਹੀ ਸੀ ਮਤਲਬ ਹਨਾ। ਤੇ ਅੱਛਾ ਮੈਂ ਬਾਈ ਦੇ ਇਹਨਾਂ ਨੇ ਦੱਸਿਆ ਚਲੋ ਐਕਸੀਡੈਂਟ ਉਹ ਤਾਂ ਬਹੁਤ ਮੰਦਭਾਗਾ ਗਾ। ਬਾਈ ਉਹ ਪਿੰਡ 'ਚ ਕਿਵੇਂ ਕਿਹੋ ਜਿਹਾ ਬੰਦਾ ਸੀ, ਕੀ ਕੁਛ ਕਰਦੇ ਹੁੰਦੇ ਸੀ? ਬਹੁਤ ਸੱਚੇ ਸੁਭਾਅ ਦਾ ਨੇਕ ਇਨਸਾਨ ਬੰਦਾ ਸੀਗਾ ਜੀ ਇਹ। 10 ਸਾਲ ਤੱਕ ਗੁਰੂ ਘਰ ਦੇ ਗ੍ਰੰਥੀ ਵਜੋਂ ਸੇਵਾ ਨਿਭਾਈ ਇਹਨਾਂ ਨੇ। 3 ਸਾਲ ਇਹ ਅਕਲੀਆ ਤਲਵੰਡੀ ਗੁਰੂ ਘਰ ਚ ਲਾ ਕੇ ਆਏ ਜੀ। ਇਹ ਸਾਡੇ ਪਿੰਡ ਵਾਲੇ ਡੇਰੇ ਵਾਲੇ ਸੰਤਾਂ ਤੋਂ ਸੰਥਿਆ ਲੈਤੀ ਸੀ ਇਹਨਾਂ ਨੇ ਜੀ। ਬੰਦਾ ਬਹੁਤ ਵਧੀਆ ਸੀਗਾ ਜੀ। ਤੇ ਯੂਨੀਅਨ ਨਾਲ ਕਦੋਂ ਦੇ ਜੁੜੇ? ਯੂਨੀਅਨ ਨਾਲ ਹੋ ਗਏ ਜੀ 3 ਸਾਲ ਜੀ। 3 ਸਾਲ ਤੋਂ ਯੂਨੀਅਨ 'ਚ ਸੀਗੇ। ਹਾਂਜੀ। ਤੇ ਬਾਈ ਤੁਸੀਂ ਇਕੱਠੇ ਹੀ ਸੀ ਸਾਰੇ ਐ ਪੂਰੇ? ਹਾਂਜੀ ਅਸੀਂ ਇਕੱਠੇ ਸੀਗੇ ਜੀ। ਮੰਨ ਲਓ ਵੀ ਮੈਂ ਪਿੰਡ ਲੈਵਲ ਦਾ ਪ੍ਰਧਾਨ ਆ ਜੀ ਪਿੰਡ ਦੀ ਇਕਾਈ ਦਾ, ਤੇ ਧੰਨਾ ਸਿੰਘ ਸੈਕਟਰੀ ਸੀ। ਜਦ ਕਿ ਮੈਂ ਇੰਨੀ ਗੱਲ ਕਹਿ ਸਕਦਾ ਵੀ ਧੰਨਾ ਸਿੰਘ ਮੇਰੇ ਨਾਲੋਂ ਵੀ ਕਿਤੇ ਜ਼ਿਆਦਾ ਸਰਗਰਮ ਸੀ। ਜਿਹੜੇ ਮੇਰੇ ਨਾਲੋਂ ਜ਼ਿਆਦਾ ਐਕਟੀਵਿਟੀ ਜਿਹੜੀ ਕਰਦਾ ਸੀ ਉਹ ਧੰਨਾ ਸਿੰਘ ਹੀ ਕਰਦਾ ਸੀ। ਇਹ ਬਾਈ ਦਾ ਬੇਟਾ? ਹਾਂਜੀ ਇਹ ਬਾਈ ਦਾ ਬੇਟਾ ਜੀ। ਅੱਛਾ ਅੱਛਾ। ਇਹ ਮੇਰੇ ਚਾਚਾ ਜੀ ਲੱਗਦੇ ਸੀ। ਅੱਛਾ ਤੁਹਾਡੇ ਚਾਚਾ? ਧੰਨਾ ਸਿੰਘ ਮੇਰੇ ਚਾਚਾ ਜੀ ਲੱਗਦੇ, ਸਾਡੀ ਰਿਸ਼ਤੇਦਾਰੀ ਹੈ ਜੀ। ਧੰਨਾ ਸਿੰਘ ਮੇਰੇ ਚਾਚਾ ਜੀ ਲੱਗਦੇ ਜੀ। ਹਾਂਜੀ। ਕੀ ਨਾਮ ਹੈ ਇਹ ਬਾਈ ਦਾ? ਹਰਵਿੰਦਰ ਸਿੰਘ ਜੀ। ਹਰਵਿੰਦਰ ਸਿੰਘ ਜੀ। ਹਰਵਿੰਦਰ ਕਿਹੜੀ ਕਲਾਸ 'ਚ ਪੜ੍ਹਦੇ ਹੋ? 7th ਕਲਾਸ 'ਚ ਆ ਜੀ। 7ਵੀਂ 'ਚ। ਕਿੱਥੇ ਪਿੰਡ? ਨਾਨੀ ਚ ਨਹੀਂ ਰਹਿ ਜੀ। ਅੱਛਾ। ਤੇ ਯੂਨੀਅਨਾਂ ਬਾਰੇ ਘਰੇ ਗੱਲਾਂ ਹੁੰਦੀਆਂ ਸੀਗੀਆਂ ਵੀ ਐਂ ਕਿਸਾਨਾਂ ਦੇ ਬਾਰੇ ਜੋ ਡੈਡੀ ਜਾਂਦੇ ਸੀ? ਹਾਂਜੀ ਹਾਂਜੀ ਹਾਂਜੀ। ਕੀ ਕਹਿੰਦੇ ਹੁੰਦੇ ਸੀ? ਬਸ ਧਰਨੇ ਚੱਲਾਂਗੇ, ਆਪਾਂ ਵੀ ਚੱਲਾਂਗੇ ਜੀ। ਇੱਕ ਦੋ ਵਾਰ ਮੈਂ ਵੀ ਗਿਆ ਨਾਲ ਜੀ। ਧਰਨੇ ਤੇ ਨਹੀਂ ਗਏ ਸੀ ਅਸੀਂ ਜੀ। ਚਲੋ ਮੈਂ ਕੀ ਕਹਾਂ ਹੁਣ ਹਨਾ। ਜੋ ਹੈ ਤਰਾਸਦੀ ਉਹ ਪਰਿਵਾਰ ਨਾਲ ਹੈਗੀ ਆ। ਤੇ ਬਾਈ ਦੇ ਭਰਾ ਨੇ ਧੰਨੇ ਬਾਈ ਦੇ, ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰੀਏ। ਬਾਈ ਕੀ ਨਾਂ? ਗੁਰਦੀਪ ਸਿੰਘ ਆ ਜੀ। ਗੁਰਦੀਪ ਬਾਈ, ਪਰ ਬਾਈ ਧੰਨੇ ਬਾਰੇ ਕਹਿੰਦੇ ਵੀ ਸਾਰੇ ਯੂਨੀਅਨ 'ਚ ਬਾਈ ਬਹੁਤ ਐਕਟਿਵ ਸੀਗਾ ਹਨਾ। ਤੇ ਪਿੱਛੋਂ ਦੇ ਐਕਟਿਵ ਸੀ ਇਹਦੀ ਇੱਥੋਂ ਹੀ ਪਤਾ ਲੱਗਦਾ ਵੀ, ਤਾਂ ਹੀ ਤਾਂ ਪਿੱਛੋਂ ਮੋਟਰਸਾਈਕਲ ਲੈ ਕੇ ਗਿਆ ਹਨਾ। ਨਹੀਂ ਤਾਂ ਬੰਦਾ ਕਹਿੰਦਾ ਵੀ ਯਾਰ ਚਲੋ ਛੱਡ ਪਰੇ ਯਾਰ, ਰਹਿ ਗਏ ਤਾਂ ਰਹਿ ਗਏ ਆਪਾਂ ਨੂੰ ਹਨਾ, ਕੀ ਲੈਣਾਗਾ। ਤੇ ਮੈਂ ਤੁਸੀਂ ਤਾਂ ਕਿਉਂਕਿ ਭਰਾ ਹੋਗੇ, ਕੀ ਬਾਈ ਦਾ ਉਦਾਂ ਕਿਸਾਨੀ ਕਿਵੇਂ ਸੀ ਕਿ ਖੇਤੀ ਕਰਦੇ ਸੀਗੇ, ਆਪ ਹੀ ਕਰਦੇ ਸੀ ਖੇਤੀ ਆਪ ਹੀ ਕਰਦੇ ਸੀ। ਕਿੰਨੀ ਕੁ ਜ਼ਮੀਨ ਆ ਬਾਈ? ਜ਼ਮੀਨ 3 ਭਾਈਆਂ 5 ਕਿੱਲੇ ਵਾਹੁੰਦੇ ਸਾਡੇ ਕੋਲ। ਅੱਛਾ। ਜਿਹੜੀ ਮਤਲਬ ਪੌਣੇ 1-2 ਕਿੱਲੇ? ਹਾਂਜੀ ਹਾਂਜੀ। ਤੇ ਕੋਈ ਇਹਦਾ ਪੈਸੇ ਪੂਸੇ ਦਾ ਵੀ ਦੇਣ ਲੈਣ ਸੀ? ਹਾਂ ਲਿਮਟ ਕਰਾਈ ਹੋਈ ਆ ਜੀ। ਅੱਛਾ। ਹਾਂ ਕਿੰਨੀ ਕੁ ਬਾਈ? ਉਹ 3 ਲੱਖ ਦੀ। ਸੋ ਇਹ ਆ। ਤੇ ਮੇਰੇ ਨਾਲ ਨਾ ਇੱਕ ਯੂਨੀਅਨ ਦੇ, ਕਿਉਂਕਿ ਜਦੋਂ ਕਿਸਾਨ ਯੂਨੀਅਨਾਂ 'ਚ ਕੰਮ ਕਰਦਾ ਤਾਂ ਬਹੁਤ ਕੁਛ ਆ। ਇੱਕ ਤਰ੍ਹਾਂ ਦੀ ਸਕੂਲਿੰਗ ਵੀ ਆ, ਤੇ ਇੱਕ ਸਿੱਧਾ ਕਹਾਂ ਤਾਂ ਹੱਕਾਂ ਦੇ ਲਈ, ਹੱਕ ਮੰਗਣ ਦੇ ਲਈ ਲੋਕਾਂ ਦਾ ਇਕੱਠੇ ਹੋਣਾ ਵੀ ਆ। ਬਾਈ ਤੁਸੀਂ ਥੋੜਾ ਜਿਹਾ ਨੇੜੇ ਹੋ ਜਾਓਗੇ ਤਾਂ ਕਿ ਆਪਣੀ ਗੱਲਬਾਤ ਹੋ ਸਕੇ। ਕੀ ਨਾਮ ਹੈ ਬਾਈ ਤੁਹਾਡਾ? ਮੇਰਾ ਨਾਮ ਕੁਲਵੰਤ ਸਿੰਘ ਹੈ ਜੀ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਦਾ ਮੈਂ ਐਕਟਿਵਿਸਟ। ਠੀਕ ਹੈ ਜੀ। ਤੇ ਕੁਲਵੰਤ ਵੀਰੇ, ਆਹ ਜਿਵੇਂ ਬਾਈ ਧੰਨੇ ਸੀਗੇ, ਇਹ ਕਦੋਂ ਦੇ ਰਲੇ ਆ ਤੁਹਾਡੇ ਨਾਲ ਆਉਣ ਲੱਗੇ ਸੀ? ਇਹ 2-3 ਸਾਲਾਂ ਤੋਂ ਜਥੇਬੰਦੀ ਦੇ ਵਿੱਚ ਕੰਮ ਕਰਦਾ ਸੀ ਜੀ। ਤੇ ਹੁਣ ਜਦੋਂ ਤੋਂ ਕਿਸਾਨਾਂ ਦਾ ਜਿਹੜੇ ਇਹ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਚੱਲਿਆ, ਉਸ ਤੋਂ ਇਹ ਲਗਾਤਾਰ ਹੀ ਬਹੁਤ ਜ਼ਿਆਦਾ ਸਰਗਰਮੀ ਨਾਲ ਕੰਮ ਕਰ ਰਿਹਾ ਸੀਗਾ ਜੀ। ਬਾਈ ਨੇ ਜਿਵੇਂ ਦੱਸਿਆ ਆਪਾਂ ਨੂੰ, ਇਹ ਤਾਂ ਕਹਿੰਦੇ ਵੀ ਉੱਥੇ ਜੇ ਟਾਈਮ ਨਾਲ ਵੀ ਪ੍ਰਸ਼ਾਸਨ ਐਕਟਿਵ ਦਿਖਾਉਂਦਾ, ਮਤਲਬ ਉਹਨਾਂ ਦਾ ਤਾਂ ਰਵੱਈਆ ਹੀ ਹੋਰ ਸੀ ਹਰਿਆਣਾ ਸਰਕਾਰ ਦਾ। ਇਹ ਤਾਂ ਮਤਲਬ ਬੇਹੱਦ ਸ਼ਰਮਨਾਕ ਆ। ਮਤਲਬ ਤੁਸੀਂ ਜੇ ਪੰਜਾਬ 'ਚੋਂ ਕੋਈ ਕਿਸਾਨ ਗਏ ਆ ਤਾਂ ਤੁਸੀਂ ਉਹਨਾਂ ਨੂੰ ਤੜਫਦੇ ਮਤਲਬ ਛੱਡ ਦਿੰਦੇ ਹੋ। ਸੱਟਾਂ ਜਿਵੇਂ ਗੁੱਝੀਆਂ ਕਿਸੇ ਦੇ ਵੱਧ ਵੀ ਹੋ ਸਕਦੀ ਆ। ਹਾਂ, ਹਰਿਆਣਾ ਸਰਕਾਰ ਦੇ ਇਸ਼ਾਰੇ ਦੇ ਉੱਤੇ ਨਾ ਜਿਹੜਾ ਪ੍ਰਸ਼ਾਸਨ ਹੈ ਉਹਨੇ ਪੂਰੀ ਤਰ੍ਹਾਂ ਕਿਸਾਨਾਂ ਦੇ ਰਸਤੇ ਦੇ ਵਿੱਚ ਇਕੱਲੇ ਡਿੱਕੇ ਹੀ ਨਹੀਂ ਰਹੇ। ਉਹਨਾਂ ਨੇ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਧੁਰ ਤੱਕ। ਜਦੋਂ ਤੋਂ ਹਰਿਆਣਾ ਬਾਰਡਰ ਸ਼ੁਰੂ ਹੋਇਆ ਉਸੇ ਸਮੇਂ ਤੋਂ ਹੀ ਮਤਲਬ ਕਿਸਾਨਾਂ ਦੀ ਜੱਦੋ-ਜਹਿਦ ਦਿੱਤੀ ਉਹ ਸ਼ੁਰੂ ਹੋ ਗਈ ਸੀ। ਤੇ ਪੂਰੀ ਰਾਤ ਨੇ ਜਿਹੜੇ ਕਿਸਾਨ ਜੱਦੋ-ਜਹਿਦ ਕਰਦੇ ਹੋਏ ਪ੍ਰਸ਼ਾਸਨ ਦੇ ਨਾਲ, ਜਿੱਥੇ ਇੱਕ ਤਾਂ ਜਥੇਬੰਦਕ ਟੱਕਰ ਲੈਂਦੇ ਉਹ ਵੱਖਰੀ ਗੱਲ ਹੈ, ਪਰ ਜਦੋਂ ਉਹ ਟੱਕਰ ਦੇ ਵਿੱਚ ਪ੍ਰਸ਼ਾਸਨ ਪਿੱਛੇ ਵੀ ਹਟ ਜਾਂਦਾ ਸੀ, ਉਸ ਤੋਂ ਬਾਅਦ ਵੀ ਉਹ ਤਰ੍ਹਾਂ ਦੇ ਡਿੱਕੇ ਖੜੇ ਕਰਨੋਂ ਨਹੀਂ ਸੀ ਹਟਦੇ। ਜਿਵੇਂ ਸੜਕਾਂ ਦੇ ਉੱਤੇ ਜਿਹੜੇ ਪੱਥਰ, ਬਹੁਤ ਭਾਰੀ ਪੱਥਰ ਸਿੱਟੇ ਹੋਏ ਸੀਗੇ, ਉਹਨਾਂ ਦਾ ਫਰਜ਼ ਇਹ ਬਣਦਾ ਸੀਗਾ ਵੀ ਜਦੋਂ ਇੰਨੀ ਵੱਡੀ ਸੰਖਿਆ ਦੇ ਵਿੱਚ ਟਰੈਕਟਰ ਟਰਾਲੀਆਂ ਚੱਲ ਰਹੇ ਨੇ, ਉਹਨਾਂ ਦਾ ਨਾਕਾ ਟੁੱਟ ਗਿਆ ਤੇ ਲੋਕ ਅੱਗੇ ਵੱਧ ਰਹੇ ਨੇ, ਤਾਂ ਉਹਨਾਂ ਦਾ ਇਹ ਫਰਜ਼ ਬਣਦਾ ਸੀਗਾ ਉਹ ਸਾਰਿਆਂ ਦੀ ਜਾਨ ਤੇ ਮਾਲ ਦੀ ਰਾਖੀ ਕਰਦੇ। ਉਹਦੀ ਬਜਾਏ ਜੋ ਉਹਨਾਂ ਨੇ ਅੜਿੱਕੇ ਖੜੇ ਕੀਤੇ ਹੋਏ ਸੀ ਟਰਾਲੇ ਭਾਰੀ, ਉਹਨਾਂ ਦੀ ਵੀ ਟ੍ਰੈਫਿਕ ਦੀ ਜਿਹੜੀ ਉਹ ਕੰਟਰੋਲ ਨਹੀਂ ਕੀਤੀ, ਉਹਨਾਂ ਨੂੰ ਉਹਦੇ ਨਾਲ ਹੀ ਜਾਣ ਦਿੱਤਾ ਗਿਆ। ਟਰਾਲਿਆਂ ਨੂੰ, ਕਿਸਾਨਾਂ ਦੀ ਜਿਹੜੀ ਮਤਲਬ ਚੱਲ ਰਹੀ ਸੀ ਉਹਦੇ ਨਾਲ ਹੀ ਜਾਣ ਦਿੱਤਾ ਗਿਆ ਟਰਾਲੀਆਂ ਦੇ। ਤੇ ਇਹ ਮੇਨਲੀ ਜ਼ਿਆਦਾ ਕਾਰਨ ਹੈ ਜਿਹੜਾ ਉਹ ਐਕਸੀਡੈਂਟ ਦਾ ਇਹੀ ਬਣਿਆ। ਤੇ ਹੁਣ ਕਿਉਂਕਿ ਮੌਤ ਹੋ ਚੁੱਕੀ ਆ ਬਾਈ ਦੀ, ਦੂਜੇ ਇੱਕ ਇਸੇ ਪਿੰਡ ਦੇ ਜਿਵੇਂ ਕਿਹਾ ਵੀ ਇੱਥੋਂ ਦੀ ਵੋਟੀ ਆ ਉਹਨਾਂ ਦੀ ਵੀ, ਉਹ ਜ਼ਿੰਦਗੀ ਤੇ ਆਪਾਂ ਕਹਿ ਲਈਏ ਮੌਤ ਦੇ ਵਿਚਾਲੇ ਇੱਕ ਸੰਘਰਸ਼ ਕਰ ਰਹੇ ਹੈਗੇ PGI ਦੇ ਵਿੱਚ। ਤੁਹਾਡੀ ਕੀ ਡਿਮਾਂਡ ਹੈ ਇਹਨੂੰ ਲੈ ਕੇ, ਕੋਈ ਪੰਜਾਬ ਸਰਕਾਰ ਨੂੰ, ਹਰਿਆਣਾ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ? ਇਹ ਧੰਨਾ ਸਿੰਘ ਦੇ ਨਾਲ ਜਿਹੜਾ ਦੂਜਾ ਗੰਭੀਰ ਜ਼ਖਮੀ ਹੋਇਆ ਹੈ ਬਲਜਿੰਦਰ ਸਿੰਘ ਨੌਜਵਾਨ ਹੈ,
ਉਹ ਬੜਾ ਪੜ੍ਹਿਆ ਲਿਖਿਆ ਡਬਲ MA ਮੁੰਡਾ ਹੈ ਤੇ ਉਹ ਬੇਰੁਜ਼ਗਾਰ ਮੁੰਡਾ ਹੈ ਤੇ ਉਸ ਨੇ ਮਤਲਬ ਕਿਸਾਨ ਧਰਨਿਆਂ ਦੇ ਵਿੱਚ ਜਿਹੜੀ ਸ਼ਮੂਲੀਅਤ ਇਹ ਕੀਤੀ ਹੈ, ਉਹਦੇ ਵਿੱਚ ਧੰਨਾ ਸਿੰਘ ਦੇ ਨਾਲ ਹੀ ਉਹ ਸੜਕ ਦੇ ਉੱਤੇ ਡਿੱਗ ਪਿਆ ਸੀ। ਉਹਦੇ ਵੀ ਹੱਥ ਦੇ ਉੱਤੋਂ ਦੀ ਟਰਾਲੇ ਦਾ ਜਿਹੜਾ ਟਾਇਰ ਹੈ ਉਹ ਲੰਘਣ ਕਰਕੇ ਉਹਦਾ ਹੱਥ ਪੂਰੀ ਤਰ੍ਹਾਂ ਕੁਚਲਿਆ ਗਿਆ। ਸੰਭਾਵਨਾ ਇਹ ਬਣਦੀ ਹੈ ਵੀ ਰੱਬ ਨਾ ਕਰੇ ਵੀ ਉਹ ਅਪਾਹਜ ਵੀ ਬਣ ਸਕਦਾ ਹੈ। ਤੇ ਅਸੀਂ ਡਿਮਾਂਡ ਇਹ ਹੈ ਵੀ ਜੋ ਇੱਥੋਂ ਧਰਤੀ ਤੋਂ ਮਨੁੱਖ ਹੈ ਜਿਹੜਾ ਉਹ ਸੰਘਰਸ਼ ਕਰਦਾ ਹੋਇਆ ਕਿਸਾਨ ਚਲਿਆ ਗਿਆ, ਠੀਕ ਹੈ, ਉਹਦੇ ਪਿੱਛੇ ਵੀ ਬਹੁਤ ਵੱਡਾ ਪਰਿਵਾਰ ਹੈ, ਗਰੀਬ ਕਿਸਾਨ ਹੈ, ਉਹਦੀਆਂ ਵੱਖਰੀਆਂ ਮਤਲਬ ਮੁਸ਼ਕਲਾਂ ਨੇ, ਪਰ ਜਿਹੜਾ ਇਹ ਬਲਜਿੰਦਰ ਸਿੰਘ ਹੈ ਇਹ ਵੀ ਮਤਲਬ ਆਪਦੇ, ਮੈਨੂੰ ਲੱਗਦਾ ਵੀ ਇਹ ਕੰਮ ਜੋਗਾ ਉਹ ਨਹੀਂ ਰਹੂਗਾ। ਇਹ ਦੋਨੇ ਸਰਕਾਰਾਂ ਦਾ ਫਰਜ਼ ਬਣਦਾ ਹੈ, ਸਾਡੀ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਹੈ ਕਿ ਜਦੋਂ ਕਿਸਾਨ ਉੱਥੇ ਜਾਂਦੇ ਨੇ ਆਪਦੇ ਹੱਕਾਂ ਲਈ, ਵੈਸੇ ਸਰਕਾਰ ਕਹਿ ਰਹੀ ਹੈ ਵੀ ਅਸੀਂ ਕਿਸਾਨਾਂ ਦੀ ਐਜੀਟੇਸ਼ਨ ਦੇ ਨਾਲ ਹਾਂ, ਜੇ ਥੋੜ੍ਹਾ ਮੋਟਾ ਵੀ ਮਤਲਬ ਹਮਦਰਦੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਹੋਵੇ ਤਾਂ ਘੱਟੋ ਤੋਂ ਘੱਟ ਇਹ ਦੋਨੇ ਪਰਿਵਾਰਾਂ ਦੀ ਸਾਰ ਲੈਣੀ ਚਾਹੀਦੀ ਹੈ ਇਹਨਾਂ ਨੂੰ। ਜਿਹੜਾ ਧੰਨਾ ਸਿੰਘ ਸ਼ਹੀਦ ਹੋਇਆ ਉਸ ਦੇ ਪਰਿਵਾਰ ਨੂੰ ਫੌਰੀ ਦੇ ਵਿੱਚ ਮਤਲਬ ਜਿਹੜਾ ਡਿਸਟ੍ਰਿਕਟ ਮਾਨਸਾ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੂੰ ਮਤਲਬ ਇਹ ਯੋਗ ਕਾਰਵਾਈ ਕਰਕੇ ਇਹਨਾਂ ਦੇ ਪਰਿਵਾਰਕ ਮੈਂਬਰ ਨੂੰ ਵੀ ਨੌਕਰੀ ਦੇਣੀ ਚਾਹੀਦੀ ਹੈ। ਤੇ ਜਿਹੜਾ ਮੁੰਡਾ ਬਲਜਿੰਦਰ ਸਿੰਘ ਜ਼ਖਮੀ ਹੈ ਉਹਦਾ ਇਲਾਜ ਦਾ ਖਰਚਾ ਤਾਂ ਚੁੱਕੇ ਤੇ ਨਾਲ ਦੀ ਨਾਲ ਉਸ ਦੇ ਰੁਜ਼ਗਾਰ ਦਾ ਵੀ ਇਹਨਾਂ ਨੂੰ ਪੱਕੇ ਤੌਰ ਤੇ ਸਰਕਾਰੀ ਪੱਧਰ ਤੇ ਪ੍ਰਬੰਧ ਕਰਨਾ ਚਾਹੀਦਾ। ਇਹ ਸਾਡੀ ਜਥੇਬੰਦੀ ਵੱਲੋਂ ਪੁਰਜ਼ੋਰ ਮੰਗ ਹੈ ਤੇ ਜੇ ਪ੍ਰਸ਼ਾਸਨ ਇਹ ਮੰਗਾਂ ਨਹੀਂ ਮੰਨੂਗਾ ਤਾਂ ਅਸੀਂ ਇਸ ਮਸਲੇ ਤੇ ਐਜੀਟੇਸ਼ਨ ਵੀ ਸ਼ੁਰੂ ਕਰਾਂਗੇ। ਬਈ ਹਰ ਵਾਰੀ ਕਿਉਂ ਹੁੰਦਾ ਮਤਲਬ ਕਿਸਾਨਾਂ ਨੂੰ ਆਪਦੀਆਂ ਮੰਗਾਂ ਮਨਾਉਣ ਦੇ ਲਈ ਮਤਲਬ ਇੱਕ ਨਿੱਕੀ ਜਿਹੀ ਮੀਟਿੰਗ ਕਰਨੀ ਹੁੰਦੀ ਹੈ ਜਦੋਂ ਪੂੰਜੀਪਤੀਆਂ ਨੇ, ਹੈ ਨਾ, ਉਹ ਕਿਸੇ ਨੂੰ ਵੀ ਮਿਨਿਸਟਰ ਨੂੰ ਬਣਾ ਕੇ ਤੇ ਚੌਥੇ ਦਿਨ ਹੀ ਪਾਲਿਸੀ ਜੀ ਚੇਂਜ ਹੋ ਜਾਂਦੀ ਹੈ ਦੇਸ਼ ਦੀ। ਇੱਥੇ ਤਾਂ ਮਤਲਬ ਕਿੰਨੇ ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ, ਹੈ ਨਾ, ਫਿਰ ਮਤਲਬ ਜਿਹੜੀ ਚੀਜ਼ ਨੂੰ ਬਦਲਣ ਦਾ ਸੰਘਰਸ਼ ਆ ਉਹ ਚੀਜ਼ ਹੀ ਮਤਲਬ ਕਿਸਾਨਾਂ ਦੀ ਡਿਮਾਂਡ ਮੰਡੀ ਸਿਸਟਮ ਨੂੰ ਬਿਹਤਰ ਬਣਾਉਣ ਦੀ ਸੀ ਕਿ ਇਹਨੂੰ ਹੋਰ ਬਿਹਤਰ ਬਣਾਓ, ਕਿਸਾਨ ਦੇ ਹੋਰ ਮਤਲਬ ਹੱਕ 'ਚ ਕਰੋ, ਜਦ ਕਿ ਉਹੀ ਖਤਮ ਕਰ ਦਿੱਤੀ ਜਾਂਦੀ ਹੈ। ਕਿਸਾਨ ਨਾਲ ਇਹ ਰਵੱਈਆ ਕਿਉਂ ਆ ਮੁਲਕ 'ਚ? ਇਹ ਰਵੱਈਆ ਸ਼ੁਰੂ ਤੋਂ ਹੀ ਸਰਕਾਰਾਂ ਦਾ ਚੱਲਿਆ ਆ ਰਿਹਾ ਵੀ ਸਰਕਾਰਾਂ ਨੇ ਜਿਹੜੀਆਂ ਕਹਿਣ ਨੂੰ ਤਾਂ ਇੱਥੇ ਲੋਕਤੰਤਰ ਹੈ ਵੀ ਸਰਕਾਰਾਂ ਲੋਕ ਚੁਣਦੇ ਨੇ, ਬਹੁ ਗਿਣਤੀ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਨੇ, ਪਰ ਅਸਲ ਦੇ ਵਿੱਚ ਜਿਹੜੇ ਸਰਕਾਰਾਂ ਨੇ ਇਹ ਬਹੁ ਗਿਣਤੀ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੀਆਂ, ਇਹ ਸਿਰਫ ਇਕੱਲਾ ਢਕਾਉਂ 'ਚ ਹੈ। ਇਹ ਨੁਮਾਇੰਦਗੀ ਕਰਦੀਆਂ ਨੇ ਜਿਹੜੀਆਂ ਮਤਲਬ ਵੱਡੇ ਕਾਰਪੋਰੇਟ ਘਰਾਣੇ ਨੇ, ਪੂੰਜੀਪਤੀ ਨੇ ਜਾਂ ਹੋਰ ਜਿਹੜੀਆਂ ਧਨਾੜ ਸਰਮਾਏਦਾਰ ਸ਼੍ਰੇਣੀਆਂ ਨੇ, ਉਹਨਾਂ ਸ਼੍ਰੇਣੀਆਂ ਦੇ ਹੱਥ ਠੋਕੇ ਦੇ ਤੌਰ ਤੇ ਸਰਕਾਰਾਂ ਕੰਮ ਕਰਦੀਆਂ ਨੇ। ਕਿਸਾਨਾਂ ਨੂੰ ਤਾਂ ਆਪਦੇ ਛੋਟੇ ਹੱਕ ਲੈਣ ਵਾਸਤੇ ਬਹੁਤ ਵੱਡੀ ਲਾਮਬੰਦੀ ਕਰਨੀ ਪੈਂਦੀ ਹੈ, ਮਹੀਨਿਆਂ ਬੱਧੀ ਸੰਘਰਸ਼ ਕਰਨੇ ਪੈਂਦੇ ਨੇ। ਦੂਜੇ ਨੇ ਜਿਹੜੀਆਂ ਇਹ ਜਮਾਤਾਂ ਨੇ ਇਹ ਸਰਕਾਰ ਨਾਲ ਬੈਠ ਕੇ ਮੀਟਿੰਗ ਕਰਦੀਆਂ ਨੇ, ਜਦੋਂ ਉਹ ਨੁਮਾਇੰਦਗੀ ਖੁਦ ਉਹਨਾਂ ਦੀ ਕਰਦੀਆਂ ਨੇ ਤਾਂ ਉਹਨਾਂ ਦੀਆਂ ਹੀ ਪਾਲਿਸੀਆਂ ਲਾਗੂ ਕਰ ਦਿੰਦੀਆਂ ਨੇ। ਇਸ ਕਰਕੇ ਉਹਨਾਂ ਨੂੰ ਇਹਦੇ 'ਚ ਕੋਈ ਦਿੱਕਤ ਨਹੀਂ ਆਉਂਦੀ, ਉਹ ਮਿਲਦੇ ਨੇ, ਮਿਲ ਕੇ ਬੈਠ ਕੇ ਪਾਲਿਸੀਆਂ ਕਰ ਲੈਂਦੇ ਨੇ। ਤੇ ਜੇ ਲੋਕ ਸੰਘਰਸ਼ ਕਰਦੇ ਨੇ ਉਹਨਾਂ ਦੇ ਸੰਘਰਸ਼ ਨੂੰ ਇਹ ਤਾਰਪੀਡੋ ਕਰਨਾ ਚਾਹੁੰਦੀਆਂ ਨੇ। ਤੇ ਬਈ ਸੱਟਾਂ ਹੁਣ ਵੱਜੀਆਂ, ਇਹ ਤੋਂ ਬਾਅਦ ਦੁਬਾਰੇ ਫਿਰ ਤੁਸੀਂ ਜਾਓਗੇ ਦਿੱਲੀ? ਹਾਂਜੀ ਜ਼ਰੂਰ ਜਾਵਾਂਗੇ ਬਾਈ। ਚਲੋ ਸੱਟਾਂ ਤਾਂ ਬਈ ਜਿਹੜਾ ਅਸੀਂ ਇੱਕ ਹਰਿਆਣਾ ਸਰਕਾਰ ਦੀ ਅਣਗਹਿਲੀ ਤੇ ਬਾਕੀ ਕੁਦਰਤ ਦੇ, ਹੁਣ ਤਾਂ ਕਹਿੰਦੇ ਆ ਵੀ ਵਾਹਿਗੁਰੂ ਦਾ ਭਾਣਾ ਵੀ ਮੰਨਣਾ ਪੈਂਦਾ ਹੈ, ਪਰ ਜਿਹੜੇ ਹੁਣ ਆਪਦੇ ਕਿਸਾਨੀ ਹੱਕ ਆ ਉਹ ਤਾਂ ਨਹੀਂ ਛੱਡਣੇ ਚਾਹੀਦੇ। ਇਹ ਗੱਲ ਆ ਨਾ, ਆਪਦੇ ਹੱਕਾਂ ਵਾਸਤੇ ਤਾਂ ਅਸੀਂ ਵੀ ਜਿਵੇਂ ਹੁਣ ਸਾਡਾ ਧੰਨਾ ਸਿੰਘ ਸ਼ਹੀਦ ਹੋ ਗਿਆ, ਅੱਗੇ ਵੀ ਹੁਣ ਸਰਕਾਰਾਂ ਧੱਕਾ ਕਰਦੀਆਂ ਆਉਂਦੀਆਂ ਨੇ, ਪਰ ਜੇ ਮੰਨ ਲਓ ਵੀ ਇੱਕ ਸ਼ਹੀਦ ਹੋ ਗਿਆ ਤਾਂ ਮੈਂ ਨਹੀਂ ਮੰਨਦਾ ਵੀ ਉਹ ਚੀਜ਼ ਨੂੰ ਛੱਡ ਦੇਣਾ ਚਾਹੀਦਾ। ਹਾਂਜੀ ਬਾਈ ਦਾ ਮੈਂ ਨਾਂ ਭੁੱਲ ਗਿਆ, ਕੀ ਦੱਸ? ਹਰਵਿੰਦਰ ਸਿੰਘ। ਹਰਵਿੰਦਰ ਉਰੇ ਹੀ ਮਾੜਾ ਆ ਨੇੜੇ। ਹਰਵਿੰਦਰ ਹੁਣ ਮਤਲਬ ਡੈਡੀ ਦੀ ਹੈ ਨਾ ਇੱਦਾਂ ਸ਼ਹੀਦ ਹੋ ਗਏ ਤੇ ਕਿਸਾਨੀ ਮੁੱਦੇ ਉੱਥੇ ਹੀ ਹਜੇ ਮੰਗਾਂ ਚੱਲ ਰਹੀਆਂ, ਸੰਘਰਸ਼ ਚੱਲ ਰਿਹਾ। ਜਦੋਂ ਤੂੰ ਵੱਡਾ ਹੋ ਗਿਆ ਜਾਇਆ ਕਰੇਂਗਾ ਤੂੰ ਵੀ? ਹਾਂਜੀ ਜ਼ਰੂਰ ਜਾਇਆ ਕਰਾਂਗੇ। ਅੱਛਾ, ਹਾਂਜੀ ਤੈਨੂੰ ਲੱਗਦਾ ਵੀ ਐਂ ਮਤਲਬ ਸੰਘਰਸ਼ ਕਰਨ ਦਾ ਬੰਦੇ ਨੂੰ ਫਾਇਦਾ ਹੁੰਦਾ, ਕਿਸਾਨ ਨੂੰ? ਜ਼ਰੂਰ ਫਾਇਦਾ ਹੁੰਦਾ ਜੀ। ਤੂੰ ਰੈਲੀ 'ਚੋਂ ਕੀ ਸੁਣ ਕੇ ਆਇਆ ਸੀ ਜਦੋਂ ਗਿਆ ਸੀ ਉਦੋਂ? ਉਹ ਸਿੰਘ ਤਾਂ ਵੱਧ ਸਾਨੂੰ ਤਾਂ ਪਤਾ ਨਹੀਂ ਜੀ ਵੀ ਉੱਥੇ ਹੁਣ ਉਹ ਕਰਦਾ ਨਹੀਂ, ਮੋਦੀ ਦੂਜੀ ਵਾਰ ਹੋਰ ਲਾਉਣ ਪਾਸ ਕਰੀ ਜਾਂਦਾ ਜੀ। ਮੈਂ ਕਰਾਂਗੇ ਟੂਟੀਆਂ ਦੇ ਵੇਲੇ ਉਹ ਕਰਾਂਗੇ ਜੀ, ਜਿੰਨਾ ਪਾਣੀ ਕੱਢਿਆ, ਜੇ ਵੱਧ ਪਾਣੀ ਕੱਢਿਆ ਹੁਣ ਉਨਾ ਜੁਰਮਾਨਾ ਭਰਾਇਆ ਕਰਨਾ ਪਊ ਜੀ। ਇੰਨਾ ਕੁ ਕੀਤਾ ਜੀ, ਬਾਕੀ ਬਾਕੀ ਪਤਾ ਨਹੀਂ। ਚਲ ਜਿੰਨਾ ਵੀ ਪਤਾ ਤੈਨੂੰ ਇਸ ਉਮਰ 'ਚ, ਇਹ ਵੀ ਵੱਡੀ ਗੱਲ ਆ। ਮੇਰਾ ਮਤਲਬ ਸਾਰੀ ਗੱਲ ਨੂੰ ਹੈ ਨਾ ਕੋਈ ਵੀ ਇਮੋਸ਼ਨਲ ਮੋੜ ਦੇਣਾ ਨਹੀਂ ਸੀ ਕਿਸੇ ਵੀ ਗੱਲ ਨੂੰ, ਜਾਂ ਕੋਈ ਤੁਹਾਨੂੰ ਜ਼ਿਆਦਾ ਭਾਵੁਕ ਕਰਕੇ ਇਹ ਨਹੀਂ ਸੀ ਵੀ ਸਟੋਰੀ ਵੱਧ ਚੱਲੇ। ਇਹਦਾ ਮਕਸਦ ਇੱਕ ਆ ਕਿ ਯਾਰ ਤੁਸੀਂ ਹਕੀਕਤ ਸਮਝ ਸਕੋ। ਮਤਲਬ ਧੰਨ ਦੇ ਆ ਹਾਲ ਜਿਹੜੇ ਕੱਲ੍ਹ ਪਰਸੋਂ ਇਹਨਾਂ ਦਾ ਐਕਸੀਡੈਂਟ ਹੋਇਆ
ਤੇ ਇੱਥੇ ਆ ਕੇ ਇੱਕ ਬੰਦੇ ਦੀ ਮੌਤ ਹੋਈ ਆ, ਉਹਦੇ ਪੁੱਤ ਦਾ ਹੌਸਲਾ ਦੇਖੋ, ਉਹ ਯੂਨੀਅਨਾਂ ਦਾ ਹੌਸਲਾ ਦੇਖੋ, ਉਹ ਕਿਸਾਨਾਂ ਦਾ ਹੌਸਲਾ ਦੇਖੋ ਯਾਰ, ਜਿਹੜੇ ਫਿਰ ਵੀ ਕਹਿੰਦੇ ਆ ਵੀ ਹਾਂ ਹੱਕ ਲੈ ਕੇ ਆਵਾਂਗੇ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।